ਹੈਲੋ ਸਟੂਡੈਂਟਸ, ਸਿਟੀ ਸ਼ਾਈਨ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਵੈਲਕਮ ਟੂ ਸਿਟੀ ਸ਼ਾਈਨ ਕਲਾਸਿਸ। ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਆਪਾਂ ETT ਫਸਟ ਈਅਰ ਦਾ ਸਬਜੈਕਟ ਜੋ ਪੰਜਾਬੀ ਸੀ ਉਹਦਾ ਫਸਟ ਚੈਪਟਰ ਕੀਤਾ ਸੀ, ਆਪਾਂ ਹਾਫ ਕੀਤਾ ਸੀ ਮਾਤ ਭਾਸ਼ਾ, ਹੈ ਨਾ, ਭਾਸ਼ਾ ਵਾਲਾ। ਅਤੇ ਜੋ ਅੱਜ ਹਾਫ ਚੈਪਟਰ ਰਹਿ ਗਿਆ ਸੀ ਆਪਾਂ ਅੱਜ ਉਹ ਕੰਪਲੀਟ ਕਰਾਂਗੇ, ਠੀਕ ਹੈ। ਅਤੇ ਕੱਲ੍ਹ ਆਪਾਂ ਪਹਿਲਾਂ ਰਿਵੀਜ਼ਨ ਕਰ ਲੈਂਦੇ ਹਾਂ ਆਪਾਂ ਕੱਲ੍ਹ ਕੀ ਕੀ ਕੀਤਾ ਸੀ, ਹੈ ਨਾ, ਤਾਂ ਜੋ ਆਪਾਂ ਥੋੜ੍ਹਾ ਜਿਹਾ ਉਹਦੇ ਨਾਲ ਜੁੜ ਸਕੀਏ, ਥੋੜ੍ਹਾ ਜਿਹਾ ਆਪਾਂ ਨੂੰ ਪਤਾ ਹੋਵੇ, ਠੀਕ ਹੈ। ਕੱਲ੍ਹ ਆਪਾਂ ਕੀਤਾ ਸੀ ਭਾਸ਼ਾ ਦਾ ਅਰਥ, ਵੀ ਭਾਸ਼ਾ ਦਾ ਮੀਨਿੰਗ ਕੀ ਹੈ, ਹੈ ਨਾ, ਵੀ ਭਾਸ਼ਾ ਕਿਵੇਂ ਹੈ। ਜਿਹੜੇ ਪਸ਼ੂ ਅਤੇ ਪੰਛੀ ਉਹਨਾਂ ਦੀ ਵੀ ਇੱਕ ਆਪਣੀ ਲੈਂਗੁਏਜ ਹੁੰਦੀ ਹੈ, ਉਹਨਾਂ ਦੀ ਵੀ ਇੱਕ ਆਪਣੀ ਭਾਸ਼ਾ ਹੁੰਦੀ ਹੈ, ਠੀਕ ਹੈ। ਫਿਰ ਆਪਾਂ ਕੀਤਾ ਸੀ ਭਾਸ਼ਾ ਦੀ ਪਰਿਭਾਸ਼ਾ। ਕਿੰਦੀ ਪਰਿਭਾਸ਼ਾ ਦਿੱਤੀ ਸੀ ਆਪਾਂ ਨੇ? ਪਤੰਜਲੀ ਮੁਨੀ ਦੀ ਅਤੇ ਭਾਸ਼ਾ ਵਿਗਿਆਨੀ ਸਵੀਟ ਦੀ, ਠੀਕ ਹੈ। ਉਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਰਾਈਟ ਕਰਵਾਈ ਸੀ ਪਰਿਭਾਸ਼ਾ ਪਲੈਟੋ ਦੀ, ਠੀਕ ਹੈ। ਉਹ ਪਰਿਭਾਸ਼ਾ ਤੁਸੀਂ ਨੋਟ ਕੀਤੀ ਹੋਏਗੀ, ਠੀਕ ਹੈ। ਉਸ ਤੋਂ ਬਾਅਦ ਆਪਾਂ ਭਾਸ਼ਾ ਦੇ ਰੂਪਾਂ ਦੀ ਗੱਲ ਕੀਤੀ ਸੀ। ਭਾਸ਼ਾ ਦੇ ਕਿੰਨੇ ਰੂਪ ਨੇ? 2 ਨੇ, ਧੁਨੀ ਰੂਪ, ਲਿਪੀ ਰੂਪ। ਜੋ ਧੁਨੀ ਰੂਪ ਹੈ ਉਸਨੂੰ ਕੀ ਆਪਾਂ ਕਹਿੰਦੇ ਹਾਂ? ਪ੍ਰਧਾਨ, ਜੋ ਪ੍ਰਧਾਨ ਹੈ, ਹੈ ਨਾ। ਅਤੇ ਜਿਹੜਾ ਭਾਸ਼ਾ ਦਾ ਲਿਪੀ ਰੂਪ ਹੈ ਕੀ ਹੈ? ਗੌਣ ਹੈ, ਠੀਕ ਹੈ। ਅਤੇ ਜਿਹੜਾ ਭਾਸ਼ਾ ਦਾ ਧੁਨੀ ਰੂਪ ਹੈ ਸਾਰੇ ਤੋਂ ਪਹਿਲਾਂ ਹੋਂਦ ਵਿੱਚ ਆਇਆ, ਭਾਸ਼ਾ ਦਾ ਜਿਹੜਾ ਲਿਪੀ ਰੂਪ ਹੈ ਬਾਅਦ ਵਿੱਚ ਹੋਂਦ ਵਿੱਚ ਆਇਆ। ਭਾਸ਼ਾ ਦੇ ਧੁਨੀ ਰੂਪ ਨੂੰ ਆਪਾਂ ਰੋਜ਼ਾਨਾ ਜ਼ਿੰਦਗੀ 'ਚ ਯੂਜ਼ ਕਰਦੇ ਹਾਂ, ਵਰਤਦੇ ਹਾਂ। ਅਤੇ ਜਿਹੜਾ ਆਪਣੇ ਕੋਲ ਭਾਸ਼ਾ ਦਾ ਲਿਖਤੀ ਰੂਪ ਨੂੰ ਆਪਾਂ ਲਿਖਤ ਦੇ ਰੂਪ ਵਿੱਚ ਵਰਤਦੇ ਹਾਂ, ਜਾਂ ਲਿਪੀ ਰੂਪ ਨੂੰ, ਹੈ ਨਾ। ਅਤੇ ਇਹਨਾਂ ਦੋਵਾਂ ਰੂਪਾਂ ਤੋਂ ਬਿਨਾਂ ਭਾਸ਼ਾ ਕਿਹੜੀ ਹੈ? ਅਪੂਰਨ ਹੈ, ਠੀਕ ਹੈ। ਅਤੇ ਜਦੋਂ ਇਹਨਾਂ ਦੋਵਾਂ ਦਾ ਮੇਲ ਹੋਊਗਾ ਤਾਂ ਇਹ ਭਾਸ਼ਾ ਦੇ ਵਿੱਚ ਪੂਰਨਤਾ ਆਉਂਦੀ ਹੈ, ਠੀਕ ਹੈ। ਅੱਗੇ ਭਾਸ਼ਾ ਦੇ ਰੂਪ ਆਪਾਂ ਥੋੜ੍ਹਾ ਜਿਹਾ ਉਦਾਹਰਨਾਂ ਲੈ ਕੇ ਦੱਸੇ ਸੀ ਵੀ ਕਿਵੇਂ ਹੈ, ਹੈ ਨਾ। ਧੁਨੀ ਰੂਪ ਜਿਹੜਾ ਹੈ ਅਸਥਾਈ ਹੈ, ਅਤੇ ਜਿਹੜਾ ਆਪਣੇ ਲਿਪੀ ਰੂਪ ਕੀ ਹੈ? ਸਥਾਈ ਹੈ, ਠੀਕ ਹੈ। ਇਹ ਨਾ ਪਹਿਲਾ ਵਿਕਾਸ ਹੋਇਆ, ਇਹਦਾ ਬਾਅਦ ਵਿੱਚ ਵਿਕਾਸ ਹੋਇਆ, ਠੀਕ ਹੈ। ਅੱਜ ਆਪਣਾ ਜਿਹੜਾ ਰਹਿ ਗਿਆ ਸੀ, ਆਪਣੇ ਕੋਲ ਟੌਪਿਕ ਰਹਿ ਗਿਆ ਸੀ ਭਾਸ਼ਾ ਉਤਪੱਤੀ ਦੇ ਸਿਧਾਂਤ, ਕਿਵੇਂ ਭਾਸ਼ਾ ਦੀ ਉਤਪੱਤੀ ਹੋਈ, ਹੈ ਨਾ। ਪਹਿਲਾਂ ਉਹਨੂੰ ਕਰਨ ਤੋਂ ਪਹਿਲਾਂ ਆਪਾਂ ਨਾ ਕੁਝ ਹੋਰ ਡਿਸਕਸ ਕਰਦੇ ਹਾਂ, ਠੀਕ ਹੈ। ਥੋੜ੍ਹਾ ਜਿਹਾ ਹੈਗਾ ਆਪਣੇ ਕੋਲ ਵਿਵਹਾਰਿਕ ਦ੍ਰਿਸ਼ਟੀ ਤੋਂ, ਠੀਕ ਹੈ। ਵਿਵਹਾਰਿਕ ਦ੍ਰਿਸ਼ਟੀ ਤੋਂ ਭਾਸ਼ਾ ਨੂੰ ਹੇਠ ਲਿਖੇ ਵਰਗਾਂ ਵਿੱਚ ਵੰਡਿਆ ਗਿਆ। ਇਹ ਵਰਗ ਨੇ ਜਿਨ੍ਹਾਂ ਨੂੰ ਭਾਸ਼ਾ ਦੇ ਵਿੱਚ ਵੰਡਿਆ ਗਿਆ, ਠੀਕ ਹੈ। ਜਿੱਦਾਂ ਪਹਿਲਾ ਸਭ ਤੋਂ ਹੈਗਾ ਹੈ ਮੂਲ ਭਾਸ਼ਾ। ਮੂਲ ਭਾਸ਼ਾ ਕੀ ਹੁੰਦੀ ਹੈ? ਜਿਹੜਾ ਉਹਦਾ ਮੂਲ ਹੁੰਦਾ ਹੈ, ਜਿਹੜਾ ਉਹਦਾ ਮੁੱਢ ਹੁੰਦਾ ਹੈ, ਠੀਕ ਹੈ। ਮੂਲ ਭਾਸ਼ਾ ਨੂੰ ਆਪਾਂ ਕਿਹੜੀ ਹੋਰ ਭਾਸ਼ਾ ਕਹਿ ਸਕਦੇ ਹਾਂ? ਪੁਰਾਤਨ ਲੈਂਗੁਏਜ, ਪੁਰਾਤਨ ਭਾਸ਼ਾ, ਠੀਕ ਹੈ, ਪੁਰਾਣੀ ਭਾਸ਼ਾ, ਠੀਕ ਹੈ। ਭਾਸ਼ਾ ਪਰਿਵਾਰ ਦੀ ਮੁੱਢਲੀ ਅਤੇ ਜਨਮਦਾਤੀ ਹੁੰਦੀ ਹੈ। ਇਹ ਜਿਹੜੀ ਭਾਸ਼ਾ ਹੈ ਨਾ, ਇੱਕ ਪਰਿਵਾਰ ਦੀ ਮੁੱਢਲੀ ਹੁੰਦੀ ਹੈ ਅਤੇ ਜਨਮਦਾਤੀ ਹੁੰਦੀ ਹੈ, ਠੀਕ ਹੈ। ਇਹ ਮੂਲ ਹੀ ਹੈ, ਮਤਲਬ ਇਹ ਮੁੱਢ ਹੈ ਇੱਕ ਹਿਸਾਬ 'ਤੇ, ਠੀਕ ਹੈ। ਟਕਸਾਲੀ ਭਾਸ਼ਾ, ਜੋ ਆਪਾਂ ਜੋ ਆਪਣੀ ਟਕਸਾਲੀ ਭਾਸ਼ਾ ਹੈਗੀ ਹੈ, ਭਾਸ਼ਾ ਦਾ ਉਹ ਰੂਪ ਹੈ ਜੋ 10 ਕੁ ਕੋਹਾਂ 'ਤੇ ਜਾ ਕੇ ਕੀ ਹੋ ਜਾਂਦਾ ਹੈ? ਬਦਲਿਆ ਜਾਂਦਾ, ਠੀਕ ਹੈ। ਨਤੀਜੇ ਵਜੋਂ ਮਤਲਬ ਇੱਕ ਭਾਸ਼ਾ ਖੇਤਰ ਵਿੱਚ ਕਈ ਉਪ ਬੋਲੀਆਂ ਬੋਲੀਆਂ ਜਾਂਦੀਆਂ ਨੇ ਨਾ। 40 ਕੁ ਕਿਲੋਮੀਟਰ 'ਤੇ ਆਪਾਂ ਜਾਵਾਂਗੇ ਤਾਂ ਆਪਾਂ ਨੂੰ ਥੋੜ੍ਹੀ ਜਿਹੀ ਅਲੱਗ ਬੋਲੀ ਬੋਲਣ ਅਤੇ ਸੁਣਨ ਨੂੰ ਮਿਲੇਗੀ, ਹੈ ਨਾ। ਉਪ ਬੋਲੀਆਂ ਵਿੱਚ ਜੋ ਬੋਲੀ ਵਿਆਕਰਨ ਹੋ ਗਈ, ਸਾਹਿਤ ਹੋ ਗਈ, ਸ਼ਬਦਾਵਲੀ ਦਾ ਆਧਾਰ 'ਤੇ ਵਧੇਰੇ ਵਿਕਸਿਤ ਹੋ ਜਾਂਦੀ ਹੈ, ਠੀਕ ਹੈ। ਉਹਨੂੰ ਆਪਾਂ ਕੀ ਕਹਾਂਗੇ? ਉਹਨੂੰ ਆਪਾਂ ਕਹਾਂਗੇ ਟਕਸਾਲੀ ਭਾਸ਼ਾ, ਠੀਕ ਹੈ। ਅਤੇ ਅੱਗੇ ਆਪਣੇ ਕੋਲ ਆ ਗਿਆ, ਅਤੇ ਆਪਣੇ ਕੋਲ ਇੱਕ ਇਹ ਵੀ ਗੱਲ ਨੋਟ ਕਰਨ ਵਾਲੀ ਹੈ, ਤੁਸੀਂ ਨੋਟ ਕਰ ਲਓ। ਜਿਹੜੀ ਆਪਣੀ ਟਕਸਾਲੀ ਭਾਸ਼ਾ ਹੈਗੀ ਹੈ ਨਾ, ਜੋ ਪੰਜਾਬੀ ਅਤੇ ਆਪਣੀ ਟਕਸਾਲੀ ਭਾਸ਼ਾ ਹੈ, ਉਹ ਦਰਜਾ ਕਿਹਨੂੰ ਦਿੱਤਾ ਗਿਆ? ਮਾਝੀ ਨੂੰ, ਮਾਝੀ ਉਪਭਾਸ਼ਾ ਨੂੰ ਦਰਜਾ ਦਿੱਤਾ ਗਿਆ ਟਕਸਾਲੀ ਭਾਸ਼ਾ ਦਾ, ਠੀਕ ਹੈ। ਤੁਸੀਂ ਨੋਟ ਕਰ ਸਕਦੇ ਹੋ। ਅੱਗੇ ਰਾਜ ਭਾਸ਼ਾ, ਵੀ ਰਾਜ ਭਾਸ਼ਾ ਕਿਹੜੀ ਆ, ਠੀਕ ਹੈ। ਆਪਣੀ ਰਾਜ ਭਾਸ਼ਾ ਕੀ ਹੁੰਦੀ ਹੈ? ਜੋ ਰਾਜ ਦੇ ਖੇਤਰ ਵਿੱਚ ਬੋਲੀ ਜਾਂਦੀ ਹੈ, ਠੀਕ ਹੈ। ਜੋ ਰਾਜ ਦੇ ਸਾਰੇ ਕੰਮ ਕਰਦੀ, ਜਿਵੇਂ ਪੰਜਾਬ ਵਿੱਚ ਆਪਾਂ ਪੰਜਾਬੀ ਬੋਲਦੇ ਹਾਂ ਤਾਂ ਆਪਣੀ ਕਿਹੜੀ ਹੈ ਰਾਜ ਭਾਸ਼ਾ? ਪੰਜਾਬੀ। ਸਾਰੇ ਕੰਮ ਆਪਾਂ ਰਾਜ ਭਾਸ਼ਾ ਦੇ ਵਿੱਚ ਕਰਦੇ ਹਾਂ, ਠੀਕ ਹੈ, ਪੰਜਾਬੀ ਭਾਸ਼ਾ ਦੇ ਵਿੱਚ ਕਰਦੇ ਹਾਂ। ਉਸ ਖੇਤਰ ਦੀ ਜੋ ਨਿੱਜੀ ਲੈਂਗੁਏਜ ਹੁੰਦੀ, ਜੋ ਨਿੱਜੀ ਭਾਸ਼ਾ ਹੁੰਦੀ, ਠੀਕ ਹੈ। ਅੰਤਰਰਾਸ਼ਟਰੀ ਭਾਸ਼ਾ, ਠੀਕ ਹੈ। ਜਦੋਂ ਕਿਸੇ ਆਪਾਂ ਰਾਸ਼ਟਰ ਦੀ ਭਾਸ਼ਾ ਜਾਂ ਦੂਸਰੇ ਰਾਸ਼ਟਰਾਂ ਵਿੱਚ ਪ੍ਰਚਲਿਤ ਹੋ ਜਾਂਦੀ ਜਾਂ ਹਰਮਨ ਪਿਆਰੀ ਹੋ ਜਾਂਦੀ ਹੈ ਨਾ, ਉਸ ਨੂੰ ਆਪਾਂ ਅੰਤਰਰਾਸ਼ਟਰੀ ਭਾਸ਼ਾ ਕਹਾਂਗੇ। ਅੱਜ ਕੱਲ੍ਹ ਦੇ ਦੌਰ ਵਿੱਚ ਜਿਹੜੀ ਅੰਗਰੇਜ਼ੀ ਹੈ ਨਾ, ਉਹ ਅੰਤਰਰਾਸ਼ਟਰੀ ਭਾਸ਼ਾ ਦਾ ਜੋ ਮਾਣ ਹੈ ਪ੍ਰਾਪਤ ਉਹਨੇ ਕੀਤਾ ਹੋਇਆ ਅੰਤਰਰਾਸ਼ਟਰੀ ਭਾਸ਼ਾ, ਕਿਉਂਕਿ ਸਾਰੇ ਹੀ ਅੰਗਰੇਜ਼ੀ ਨੂੰ ਪਸੰਦ ਕਰਦੇ ਨੇ। ਉਹ ਹਰ ਮਤਲਬ ਬੋਲੀ ਜਾਂਦੀ ਦੇਸ਼ ਵਿੱਚ, ਹੈ ਨਾ। ਇਸ ਲਈ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਅੰਗਰੇਜ਼ੀ, ਠੀਕ ਹੈ। ਜੋ ਦੂਸਰੇ ਰਾਸ਼ਟਰਾਂ ਵਿੱਚ ਹਰਮਨ ਪਿਆਰੀ ਹੋਵੇ, ਜੇ ਦੂਸਰੇ ਲੋਕ ਉਹਦੇ ਵਿੱਚ ਆਪਣੇ ਵਿਚਾਰ ਭਾਵ ਪ੍ਰਗਟ ਕਰਨ
ਨਾ ਚਾਹੁੰਦੇ ਹੋਣ। ਠੀਕ ਹੈ, ਅੱਗੇ ਆਪਣੇ ਕੋਲ ਆ ਗਈ ਰਾਸ਼ਟਰੀ ਭਾਸ਼ਾ। ਰਾਸ਼ਟਰੀ ਭਾਸ਼ਾ ਕੀ ਹੈ? ਕਿਸੇ ਰਾਸ਼ਟਰ ਦੇ ਨਿਰਮਾਣ, ਜਦੋਂ ਆਪਾਂ ਕੋਈ ਵੀ ਰਾਸ਼ਟਰ ਦਾ ਨਿਰਮਾਣ ਹੁੰਦਾ, ਜਦੋਂ ਵੀ ਰਾਸ਼ਟਰ ਬਣਦਾ ਹੈ, ਠੀਕ ਹੈ, ਉਹਦਾ ਵਿਕਾਸ ਹੁੰਦਾ ਹੈ, ਭਾਵਨਾਤਮਕ ਏਕਤਾ ਹੁੰਦੀ, ਜਦੋਂ ਉਹਦੇ 'ਚ ਇਕੱਠ ਹੁੰਦਾ ਹੈ, ਏਕਤਾ ਲਈ ਕਈ ਰਾਸ਼ਟਰ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਠੀਕ ਹੈ, ਵੀ ਇੱਕ ਇਹਦੇ ਵਿੱਚ ਜਦੋਂ ਉਹਦਾ ਵਿਕਾਸ ਹੋਊਗਾ, ਉਹਦਾ ਨਿਰਮਾਣ ਹੋਊਗਾ, ਠੀਕ ਹੈ, ਅਤੇ ਉਹਦੀ ਏਕਤਾ ਦੇ ਲਈ ਇੱਕ ਰਾਸ਼ਟਰ ਭਾਸ਼ਾ ਹੋਣੀ ਜ਼ਰੂਰੀ ਹੈ, ਵੀ ਇੱਕ ਰਾਸ਼ਟਰੀ ਭਾਸ਼ਾ ਜ਼ਰੂਰ ਹੋਣੀ ਚਾਹੀਦੀ। ਠੀਕ ਹੈ, ਅਤੇ ਉਸ ਹੀ ਰਾਸ਼ਟਰੀ ਭਾਸ਼ਾ ਵਿੱਚ ਦਫ਼ਤਰੀ ਕੰਮ ਕੀਤੇ ਜਾਂਦੇ ਨੇ, ਆਦਾਨ ਪ੍ਰਦਾਨ ਲਈ ਵਰਤੀ ਜਾਂਦੀ ਉਹ ਵਾਲੀ ਭਾਸ਼ਾ। ਠੀਕ ਹੈ, ਇਸ ਦਾ ਪ੍ਰਯੋਗ ਉਸ ਰਾਸ਼ਟਰ ਦੇ ਵਧੇਰੇ ਲੋਕ ਕਰਦੇ ਨੇ, ਜਿਹੜੇ ਉਸ ਰਾਸ਼ਟਰ ਵਿੱਚ ਰਹਿੰਦੇ ਨੇ ਉਹਦਾ ਜ਼ਿਆਦਾ ਇਹ ਵਰਤੋਂ ਕਰਦੇ ਨੇ ਰਾਸ਼ਟਰੀ ਭਾਸ਼ਾ ਦੀ। ਠੀਕ ਹੈ, ਅੱਗੇ ਆਪਣੇ ਕੋਲ ਆ ਗਈ ਵਿਦੇਸ਼ੀ ਭਾਸ਼ਾ। ਵਿਦੇਸ਼ੀ ਭਾਸ਼ਾ ਦੇ ਨਾਮ 'ਤੇ ਪਤਾ ਲੱਗਦਾ ਪਿਆ ਫੋਰਨ ਲੈਂਗੁਏਜ। ਠੀਕ ਹੈ, ਜਿਹੜੀਆਂ ਆਪਾਂ ਬਾਹਰ ਦੀਆਂ ਲੈਂਗੁਏਜ ਹੁੰਦੀਆਂ ਨੇ, ਜੋ ਬਾਹਰ ਦੀਆਂ ਭਾਸ਼ਾਵਾਂ ਹੁੰਦੀਆਂ ਨੇ, ਉਹ ਭਾਸ਼ਾਵਾਂ ਜੋ ਹੋਰ ਦੇਸ਼ਾਂ ਦੀਆਂ ਭਾਸ਼ਾਵਾਂ ਹਨ ਅਤੇ ਕਿਸੇ ਵਿਸ਼ੇਸ਼ ਦੇਸ਼ ਦੀ ਮੂਲ ਭਾਸ਼ਾ ਵੀ ਨਹੀਂ ਹੁੰਦੀਆਂ, ਨਾ ਹੀ ਸੰਸਕ੍ਰਿਤਿਕ ਹੁੰਦੀਆਂ। ਠੀਕ ਹੈ, ਨਾ ਹੀ ਮਾਤ ਭਾਸ਼ਾ ਹੁੰਦੀਆਂ। ਠੀਕ ਹੈ, ਉਹ ਕਿਹੜੀ ਨੇ ਆਪਣੇ ਕੋਲ? ਜਾਪਾਨੀ ਹੋ ਗਈ, ਜਰਮਨ ਹੋ ਗਈ, ਫ੍ਰੈਂਚ ਹੋ ਗਈ ਆਦਿ। ਠੀਕ ਹੈ, ਇਹ ਸਾਰੀਆਂ ਕੀ ਨੇ? ਵਿਦੇਸ਼ੀ ਭਾਸ਼ਾ ਨੇ। ਠੀਕ ਹੈ, ਅੱਗੇ ਆ ਗਈ ਉਪਬੋਲੀ। ਉਪਬੋਲੀ ਕੀ ਹੁੰਦੀ ਹੈ? ਵੀ ਇੱਕ ਜੋ ਅਸਲ ਵਿੱਚ ਜਿਹੜੀ ਉਪਬੋਲੀ ਭਾਸ਼ਾ ਦਾ ਉਹ ਰੂਪ ਹੁੰਦੀ ਹੈ ਜੋ ਸੀਮਿਤ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੁਆਰਾ ਮੌਖਿਕ ਰੂਪ 'ਚ ਬੋਲੀ ਜਾਂਦੀ ਹੈ ਨਾ। ਹੁਣ ਆਪਾਂ ਨੇ ਆਪਣਾ ਖੇਤਰ 40 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸੀਮਿਤ ਹੈ, ਮਤਲਬ ਇਸ ਤੋਂ ਆਪਾਂ ਬਾਹਰ ਜਦੋਂ ਜਾਵਾਂਗੇ ਤਾਂ ਆਪਾਂ ਨੂੰ ਅਲੱਗ ਕੋਈ ਬੋਲੀ ਸੁਣਨ ਨੂੰ ਮਿਲੇਗੀ। ਠੀਕ ਹੈ, ਇਸ ਲਈ ਉਹ ਆਪਣੇ ਖੇਤਰ ਵਿੱਚ ਹੈ ਨਾ, ਆਪਣਾ ਜਿੰਨਾ ਉਹਨਾਂ ਦਾ ਸੀਮਿਤ ਖੇਤਰ ਹੈ ਉਨੇ ਖੇਤਰ ਵਿੱਚ ਹੀ ਉਹ ਲੋਕ ਬੋਲਦੇ ਆ। ਠੀਕ ਹੈ, ਮੌਖਿਕ ਰੂਪ ਵਿੱਚ ਉਹ ਬੋਲੀ ਜਾਂਦੀ ਹੈ ਨਾ ਉਪਬੋਲੀ। ਇਸ ਨੂੰ ਭਾਸ਼ਾ ਦਾ ਪੂਰਨ ਦਰਜਾ ਨਹੀਂ ਦਿੱਤਾ ਜਾ ਸਕਦਾ, ਵੀ ਭਾਸ਼ਾ ਇਹ ਪੂਰੀ ਤੌਰ 'ਤੇ ਨਹੀਂ ਹੈ, ਇਹ ਜਿਵੇਂ ਵੀ ਹੁੰਦੀ ਉਹ ਇਉਂ ਦੇ ਤਿਉਂ ਬੋਲੀ ਜਾਂਦੀ। ਠੀਕ ਹੈ, ਇੱਕ ਭਾਸ਼ਾ ਦੇ ਅੰਤਰਗਤ ਕਈ ਉਪਬੋਲੀਆਂ ਆਉਂਦੀਆਂ ਨੇ। ਇੱਕ ਭਾਸ਼ਾ ਹੈ ਆਪਣੇ ਕੋਲ, ਉਹਦੇ ਵਿੱਚ ਕਈ ਉਪਬੋਲੀਆਂ ਆਉਂਦੀਆਂ ਨੇ, ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਪੰਜਾਬੀ ਭਾਸ਼ਾ ਦੇ ਵਿੱਚ ਕਿੰਨੀਆਂ ਉਪਬੋਲੀਆਂ ਨੇ, ਤੁਹਾਨੂੰ ਪਤਾ ਹੀ ਹੋਵੇਗਾ। ਠੀਕ ਹੈ, ਸਾਰਿਆਂ ਨੂੰ। ਮਾਝੀ ਹੋ ਗਈ, ਦੁਆਬੀ ਹੋ ਗਈ, ਮਲਵਈ ਹੋ ਗਈ, ਪੁਆਧੀ ਹੋ ਗਈ, ਪੋਠੋਹਾਰੀ ਹੋ ਗਈ ਅਤੇ ਲਹਿੰਦੀ ਹੋ ਗਈ। ਇਹ ਸਾਰੀਆਂ ਕੀ ਨੇ? ਉਪਬੋਲੀਆਂ ਨੇ। ਕਿਹੜੀ ਭਾਸ਼ਾ ਦੀ ਉਪਬੋਲੀਆਂ ਨੇ? ਪੰਜਾਬੀ ਭਾਸ਼ਾ ਦੀਆਂ ਉਪਬੋਲੀਆਂ ਹਨ। ਠੀਕ ਹੈ, ਅੱਗੇ ਆਪਣੇ ਕੋਲ ਆ ਗਿਆ ਸੰਸਕ੍ਰਿਤਿਕ ਭਾਸ਼ਾ। ਹੁਣ ਸੰਸਕ੍ਰਿਤਿਕ ਭਾਸ਼ਾ ਕੀ ਹੁੰਦੀ ਹੈ? ਕੋਈ ਵੀ ਜਾਤੀ ਲਾ ਲਓ, ਠੀਕ ਹੈ, ਕੋਈ ਵੀ ਕਾਸਟ ਲਾ ਲਓ, ਜਾਂ ਸਮਾਜ ਲਾ ਲਓ, ਜਾਂ ਰਾਸ਼ਟਰ ਲਾ ਲਓ। ਠੀਕ ਹੈ, ਰਾਸ਼ਟਰੀ ਸੰਸਕ੍ਰਿਤਿਕ ਜਿਸ ਭਾਸ਼ਾ ਵਿੱਚ ਨਿਹਿਤ ਰਹਿੰਦੀ, ਜਿਸ ਭਾਸ਼ਾ ਵਿੱਚ ਉਹ ਇਕੱਠੀ ਰਹਿੰਦੀ ਹੈ, ਠੀਕ ਹੈ, ਉਸ ਨੂੰ ਸੰਸਕ੍ਰਿਤਿਕ ਭਾਸ਼ਾ ਕਹਿੰਦੇ ਹਨ। ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਸੰਸਕ੍ਰਿਤੀ ਭਾਸ਼ਾ ਦਾ ਗਿਆਨ ਬਹੁਤ ਜ਼ਰੂਰੀ ਹੋਣਾ ਚਾਹੀਦਾ। ਠੀਕ ਹੈ, ਹੁਣ ਆਪਣੀ ਭਾਸ਼ਾ ਦੇ ਨਾਲ ਆਪਾਂ ਜੁੜੇ ਰਹਿਣਾ ਵੀ ਉਹਦਾ ਗਿਆਨ ਆਪਾਂ ਨੂੰ ਪ੍ਰਾਪਤ ਹੋਣਾ, ਉਹ ਸਾਰਾ ਕੀ ਹੈ? ਆਪਾਂ ਜਿਹੜੇ ਸੰਸਕ੍ਰਿਤੀ ਭਾਸ਼ਾ ਦਾ ਗਿਆਨ ਬਹੁਤ ਜ਼ਰੂਰੀ ਹੈ, ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹਿਣਾ। ਠੀਕ ਹੈ, ਉਸ ਜਿੱਥੇ ਆਪਾਂ ਰਹਿ ਰਹੇ ਹਾਂ, ਕੋਈ ਵੀ ਇੱਕ ਰਾਸ਼ਟਰ ਹੈ, ਕੋਈ ਵੀ ਇੱਕ ਜਾਤ ਹੈ, ਜਾਂ ਕੋਈ ਵੀ ਇੱਕ ਸਮਾਜ ਹੈ। ਠੀਕ ਹੈ, ਉੱਥੋਂ ਦੀ ਜਿਹੜੀ ਸੰਸਕ੍ਰਿਤਿਕ ਭਾਸ਼ਾ ਹੁੰਦੀ, ਜਿਹੜੇ ਉਹਦੇ ਵਿੱਚ ਨਿਯਮ ਜੋ ਉਹਨਾਂ ਵਿੱਚ ਬੱਝੀ ਹੁੰਦੀ ਹੈ। ਠੀਕ ਹੈ, ਅੱਗੇ ਆਪਣੇ ਕੋਲ ਆ ਗਿਆ ਮਾਤ ਭਾਸ਼ਾ। ਮਾਤ ਭਾਸ਼ਾ ਦੇ ਆਪਾਂ ਨੂੰ ਮੀਨਿੰਗ ਦੇ ਤੋਂ ਪਤਾ ਚੱਲ ਹੀ ਰਿਹਾ, ਮਾਤ ਭਾਸ਼ਾ ਕੀ ਹੁੰਦੀ ਹੈ? ਮਤਲਬ ਮਾਂ ਬੋਲੀ, ਜਿਹਨੂੰ ਆਪਾਂ ਸਿੰਪਲ ਲੈਂਗੁਏਜ 'ਚ ਕਹਿ ਸਕਦੇ ਹਾਂ, ਮਾਂ ਬੋਲੀ। ਮਾਤ ਭਾਸ਼ਾ ਮਾਂ ਦੇ ਦੁਆਰਾ ਜੋ ਬੱਚਾ ਸਿੱਖਦਾ ਹੈ। ਠੀਕ ਹੈ, ਜੋ ਬੱਚਾ ਇੱਕ ਵਾਰ ਆਪਣੀ ਮਾਂ ਦੇ ਸ਼ਬਦ ਜੋ ਹੁੰਦੇ ਆ, ਜਦੋਂ ਮਾਂ ਬੋਲਦੀ ਆ, ਉਹਦੇ ਜਿਹੜੇ ਸ਼ਬਦ ਹੁੰਦੇ ਉਹਨੂੰ ਨਕਲ ਕਰਕੇ ਸਿੱਖਦਾ, ਉਹਨੂੰ ਆਪਾਂ ਕਹਾਂਗੇ ਮਾਂ ਬੋਲੀ ਜਾਂ ਮਾਤ ਭਾਸ਼ਾ। ਠੀਕ ਹੈ, ਇਹ ਕਿੱਥੋਂ ਸ਼ੁਰੂ ਹੁੰਦੀ ਹੈ? ਪਰਿਵਾਰ ਤੋਂ ਸ਼ੁਰੂ ਹੁੰਦੀ, ਜੋ ਵੀ ਪਰਿਵਾਰ ਵਿੱਚ ਆਪਾਂ ਬੋਲਦੇ ਹਾਂ ਜਾਂ ਬੱਚੇ ਨੂੰ ਸਿਖਾਉਂਦੇ ਹਾਂ। ਅੱਗੇ ਆਪਣਾ ਮੇਨ ਪੁਆਇੰਟ ਆਪਣੇ ਕੋਲ ਆਹ ਹੈਗਾ ਭਾਸ਼ਾ ਦੀ ਉਤਪੱਤੀ ਦੇ ਸਿਧਾਂਤ। ਇਹਦੀ ਉਤਪੱਤੀ ਕਿਵੇਂ ਹੋਈ, ਕਿੱਦਾਂ ਹੋਈ, ਕਿਹਨੇ ਕੀਤੀ, ਇਹ ਸਭ ਕੁਝ ਆਪਾਂ ਹੁਣ ਅੱਗੇ ਪੜਾਂਗੇ। ਠੀਕ ਹੈ, ਮਨੁੱਖ ਨੇ ਆਪਣੀ ਜਿਗਿਆਸੂ ਬੁੱਧੀ ਸਦਕਾ, ਹੁਣ ਜੋ ਮਨੁੱਖ ਹੈ, ਜੋ ਮਾਨਵ ਹੈ, ਉਹਨੇ ਆਪਣੀ ਜਿਗਿਆਸੂ ਮੀਨਸ ਜਿਹੜੀ ਸੋਚਣ ਸ਼ਕਤੀ, ਆਪਣੀ ਬੁੱਧੀ ਹੈਗੀ ਹੈ, ਉਹਦੇ ਦੁਆਰਾ ਗਿਆਨ ਹੋ ਗਿਆ, ਅਨੁਸ਼ਾਸਨ ਵਾਂਗ ਭਾਸ਼ਾ ਦੇ ਇਤਿਹਾਸ ਦੇ ਸੰਬੰਧ ਵਿੱਚ ਵੀ ਮਹੱਤਵਪੂਰਨ ਸਿਧਾਂਤ ਦਿੱਤੇ ਹਨ। ਵੀ ਭਾਸ਼ਾ ਦੇ ਇਤਿਹਾਸ ਨੂੰ, ਭਾਸ਼ਾ ਦੇ ਇਤਿਹਾਸ ਆਪਾਂ ਜਾਣਾਂਗੇ ਕੀ ਹੈ ਭਾਸ਼ਾ ਦੇ ਇਤਿਹਾਸ, ਹੈ ਨਾ, ਵੀ ਭਾਸ਼ਾ ਕੀ ਹੈ, ਭਾਸ਼ਾ ਕਿਵੇਂ ਪੈਦਾ ਹੋਈ, ਕਦੋਂ ਪੈਦਾ ਹੋਈ, ਇਹ ਸਾਰਾ ਕੁਝ ਇਹਨੇ ਜਾਣਨ ਵਿੱਚ ਆਪਣੀ ਕੀ ਲਗਾਈ? ਬੁੱਧੀ ਲਗਾਈ ਮਨੁੱਖ ਨੇ। ਠੀਕ ਹੈ, ਦੇ ਕੁਝ ਕਲਪਨਾਵਾਂ ਕੀਤੀਆਂ ਵੀ ਭਾਸ਼ਾ ਇਸ ਤਰ੍ਹਾਂ ਪੈਦਾ ਹੋ ਸਕਦੀ ਹੈ, ਭਾਸ਼ਾ ਦੀ ਇਸ ਤਰ੍ਹਾਂ ਉਤਪੱਤੀ ਹੋਈ। ਠੀਕ ਹੈ, ਉਹ ਹੁਣ ਆਪਾਂ ਜਾਣਦੇ ਹਾਂ। ਠੀਕ ਹੈ, ਕਿਹੜੀਆਂ ਨੇ। ਠੀਕ ਹੈ, ਉਹ ਆਪਾਂ ਹੁਣ ਜਾਣਾਂਗੇ। ਉਹ ਆਪਣੇ ਕੋਲ ਪੁਆਇੰਟ ਹੈਗੇ ਆ 10 ਤੋਂ 11 ਪੁਆਇੰਟ ਆ। ਠੀਕ ਹੈ, ਭਾਸ਼ਾ ਦੀ ਉਤਪੱਤੀ ਸੰਬੰਧੀ ਹੁਣ ਤੱਕ ਜੋ ਵੀ ਪ੍ਰਮੁੱਖ ਸਿਧਾਂਤ ਸਾਹਮਣੇ ਆਏ ਨੇ ਨਾ, ਉਹ ਜੋ ਇਸ ਪ੍ਰਕਾਰ ਨੇ। ਠੀਕ ਹੈ, ਵੀ ਇੰਨੇ ਕੁ ਆਪਣੇ ਕੋਲ ਸਾਹਮਣੇ ਆਏ ਨੇ ਸਿਧਾਂਤ ਜੋ ਇਸ ਤਰ੍ਹਾਂ ਨੇ। ਠੀਕ ਹੈ, ਸਭ ਤੋਂ ਪਹਿਲਾਂ ਹੈਗਾ ਆਪਣੇ ਕੋਲ ਸਿਧਾਂਤ ਦਿੱਤਾ ਹੋਇਆ ਆਪਾਂ ਨੂੰ, ਸਿਧਾਂਤ ਇਹਨਾਂ ਨੇ, ਆਪਾਂ ਇਹਨਾਂ ਦੀ ਆਲੋਚਨਾ ਵੀ ਕਰਾਂਗੇ। ਠੀਕ ਹੈ, ਵੀ ਇਹਨੂੰ ਕਿਉਂ ਨਹੀਂ ਮਾਨਤਾ ਦਿੱਤੀ ਗਈ, ਹੈ ਨਾ, ਇਸ ਸਿਧਾਂਤ ਨੂੰ ਕਿਉਂ ਨਹੀਂ ਮੰਨਿਆ ਗਿਆ। ਠੀਕ ਹੈ, ਇਹਦਾ ਸਭ ਤੋਂ ਪਹਿਲਾਂ ਆਪਣੇ ਕੋਲ ਸਿਧਾਂਤ ਹੈਗਾ ਆ ਦੇਵੀ ਉਤਪੱਤੀ ਦਾ ਸਿਧਾਂਤ। ਠੀਕ ਹੈ, ਦੇਵੀ ਮੀਨਸ ਹੁਣ ਤੁਸੀਂ ਦੇਵੀ ਦੇ ਨਾਮ ਤੋਂ ਹੀ ਦੇਖ ਲਓ, ਦੇਵੀ ਮਤਲਬ ਕੋਈ ਸ਼ਕਤੀ। ਠੀਕ ਹੈ,
ਉਹਦੀ ਉਤਪਤੀ ਦਾ ਸਿਧਾਂਤ। ਹੁਣ ਉਸ ਟਾਈਮ ਦੇ ਜਿਹੜੇ ਲੋਕ ਸੀ ਉਹ ਮੰਨਦੇ ਸੀ ਭਾਸ਼ਾ ਦੀ ਜਿਹੜੀ ਉਤਪਤੀ ਸੰਬੰਧੀ ਇਹ ਸਿਧਾਂਤ ਉਹਨਾਂ ਨੇ ਰੱਖਿਆ ਹੋਇਆ ਸੀ ਵੀ ਪੁਰਾਣਾ ਸਭ ਤੋਂ ਸਿਧਾਂਤ ਸੀ ਇਹ, ਵੀ ਜਿਹੜੀ ਭਾਸ਼ਾ ਦੀ ਉਤਪਤੀ ਕੋਈ ਸ਼ਕਤੀ ਨਾਲ ਹੋਈ ਹੈ। ਠੀਕ ਹੈ, ਇਸ ਖੇਤਰ ਵਿੱਚ ਯੂਨਾਨੀ ਤੇ ਭਾਰਤੀ ਰਿਸ਼ੀਆਂ, ਇਹ ਕੰਮ ਕਿਹਨਾਂ ਨੇ ਕੀਤਾ? ਰਿਸ਼ੀਆਂ ਦਾ ਮੁੱਢਲਾ ਯੋਗਦਾਨ ਹੈ। ਇਹ ਧਾਰਮਿਕ ਬ੍ਰਿਤੀ ਦਾ ਸਿਧਾਂਤ ਹੈ, ਮਤਲਬ ਧਾਰਮਿਕ ਤੌਰ ਤੇ ਕਹਿੰਦੇ ਸੀ ਕੋਈ ਦੇਵੀ ਸ਼ਕਤੀ ਹੈ ਜਿਹਦੇ ਕਰਕੇ ਭਾਸ਼ਾ ਦਾ ਜੋ ਵਿਕਾਸ ਹੋਇਆ ਜਾਂ ਭਾਸ਼ਾ ਦੀ ਉਤਪਤੀ ਹੋਈ। ਇਸ ਸਿਧਾਂਤ ਨੂੰ ਮੰਨਣ ਵਾਲਿਆਂ ਦੀ ਇਹ ਰਾਏ ਸੀ ਕਿ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਦੇ ਨਾਲ ਹੀ ਆਪਣੀ ਦੇਵੀ ਸ਼ਕਤੀ ਦੁਆਰਾ ਭਾਸ਼ਾ ਦੀ ਨੂੰ ਉਤਪੰਨ ਕਰ ਦਿੱਤਾ, ਆਪਣੀ ਕੋਈ ਦੇਵੀ ਸ਼ਕਤੀ ਲਗਾਈ। ਠੀਕ ਹੈ, ਆਪਣੀ ਸ਼ਕਤੀ ਦੇ ਨਾਲ ਭਾਸ਼ਾ ਨੂੰ ਉਹਨਾਂ ਨੇ ਉਤਪਤੀ ਕੀਤਾ। ਠੀਕ ਹੈ, ਉਤਪਤੀ ਮਤਲਬ ਉਹਨਾਂ ਨੂੰ ਪੈਦਾ ਕੀਤਾ ਭਾਸ਼ਾ ਨੂੰ। ਠੀਕ ਹੈ, ਤੇ ਇਹਦੀ ਆਲੋਚਨਾ ਵੀ ਹੋ ਗਈ, ਪਰ ਆਲੋਚਨਾ ਕੀ ਉਹਨਾਂ ਨੇ ਕੀਤੀ ਤੁਸੀਂ ਲਿਖ ਸਕਦੇ ਹੋ। ਆਲੋਚਨਾ ਹੈਗੀ ਸੀ ਵੀ ਹੁਣ ਦਾ ਜਿਹੜਾ ਆਪਣੇ ਕੋਲ ਅਜੋਕੇ ਸਮੇਂ ਵਿੱਚ ਜੋ ਆਪਾਂ ਉਹਦੀ ਆਲੋਚਨਾ ਕਰਦੇ ਹਾਂ, ਇਸ ਸਿਧਾਂਤ ਨੂੰ ਅੰਧ ਵਿਸ਼ਵਾਸੀ ਕਿਹਾ ਗਿਆ ਸੀ, ਅਵਿਗਿਆਨਿਕ ਕਿਹਾ ਗਿਆ। ਅੰਧ ਵਿਸ਼ਵਾਸੀ, ਅਵਿਗਿਆਨਿਕ, ਕਿਉਂਕਿ ਕੁਦਰਤ ਨੇ ਮਨੁੱਖ ਨੂੰ ਸਿਰਫ ਉਚਾਰਨ ਅੰਗ ਦਿੱਤੇ ਨੇ, ਨਾ ਕਿ ਉਹ ਸਾਰੀ ਦੀ ਸਾਰੀ ਬੋਲੀ ਜਾਂ ਭਾਸ਼ਾ ਦਿੱਤੀ ਹੈ। ਸਿਰਫ ਆਪਾਂ ਉਚਾਰਨ, ਜਿਨ੍ਹਾਂ ਨਾਲ ਆਪਾਂ ਉਚਾਰਨ ਕਰਦੇ ਹਾਂ, ਆਪਾਂ ਨੂੰ ਅੰਗ ਦਿੱਤੇ ਆ ਕੁਦਰਤ ਨੇ। ਠੀਕ ਹੈ, ਇਹਦੀ ਆਲੋਚਨਾ ਇਹ ਕੀਤੀ ਕਿ ਅੱਗੇ ਆਪਣੇ ਕੋਲ ਆ ਕੇ ਅਨੁਕਰਨ ਦਾ ਸਿਧਾਂਤ। ਅਨੁਕਰਨ ਦਾ ਸਿਧਾਂਤ ਤੋਂ ਪਤਾ ਚੱਲਦਾ ਪਿਆ ਅਨੁਕਰਨ ਕੀ ਹੁੰਦਾ ਹੈ? ਨਕਲ ਕਰਨਾ। ਮਨੁੱਖ ਵਿੱਚ ਨਕਲ ਕਰਨ ਦੀ ਰੁਚੀ ਕੁਦਰਤੀ ਹੈ, ਵੀ ਕੋਈ ਮਨੁੱਖ ਇੱਕ ਮਨੁੱਖ ਨੂੰ ਦੇਖ ਕੇ ਹੀ ਸਿੱਖਦਾ ਹੈ ਨਾ। ਕੁਝ ਵੀ ਆਪਣੇ ਸਾਹਮਣੇ ਕੋਈ ਵੀ ਕਿਰਿਆ ਹੋ ਰਹੀ ਹੈ, ਆਪਾਂ ਉਹਨੂੰ ਦੇਖੀ ਜਾਵਾਂਗੇ ਤਾਂ ਆਪਾਂ ਸਿੱਖ ਜਾਵਾਂਗੇ ਨਕਲ ਕਰਕੇ, ਹੈ ਨਾ। ਇਸ ਸਿਧਾਂਤ ਦੇ ਸਮਰੱਥ ਜਿਹੜੇ ਵਿਦਵਾਨ ਸੀ ਨਾ, ਉਹਨਾਂ ਨੇ ਇਹ ਵਿਚਾਰ ਦਿੱਤਾ ਕਿ ਜਦੋਂ ਜਿਹੜਾ ਮਨੁੱਖ ਸੀ ਨਾ ਜੰਗਲੀ ਅਵਸਥਾ ਵਿੱਚ ਰਹਿੰਦਾ ਸੀ, ਮਤਲਬ ਜੰਗਲ ਵਿੱਚ ਰਹਿੰਦਾ ਸੀ, ਉਹ ਵੱਖ-ਵੱਖ ਪਸ਼ੂਆਂ ਨਾਲ ਪੰਛੀਆਂ ਦੀਆਂ ਆਵਾਜ਼ਾਂ ਦੀ ਨਕਲ ਕਰਨ ਲੱਗ ਪਿਆ। ਜਦੋਂ ਵੀ ਉਹ ਜੰਗਲਾਂ ਵਿੱਚ ਰਹਿੰਦਾ ਸੀ, ਉਹਨੇ ਕੀ ਕੀਤਾ? ਪਸ਼ੂਆਂ ਦੀਆਂ ਅਤੇ ਪੰਛੀਆਂ ਦੀਆਂ ਆਵਾਜ਼ਾਂ ਦੀ ਨਕਲ ਕੀਤੀ ਅਤੇ ਉਸ ਨਾਲ ਭਾਸ਼ਾ ਦੀ ਉਤਪਤੀ ਹੋ ਗਈ। ਠੀਕ ਹੈ, ਜਿਵੇਂ ਉਸਨੇ ਕਾਂ ਕਾਂ ਕਰਨ ਵਾਲੇ ਪੰਛੀ ਦਾ ਨਾਂ ਕਾਂ ਰੱਖ ਦਿੱਤਾ, ਇਸ ਪ੍ਰਕਾਰ ਭਾਸ਼ਾ ਵਿਕਸਿਤ ਹੋਈ। ਪਰ ਨਹੀਂ, ਇਸ ਤਰ੍ਹਾਂ ਭਾਸ਼ਾ ਵਿਕਸਿਤ ਨਹੀਂ ਹੋਈ। ਠੀਕ ਹੈ, ਇਹਦੀ ਆਲੋਚਨਾ ਵੀ ਕੀਤੀ ਗਈ। ਇਸ ਦੀ ਆਲੋਚਨਾ ਵਿੱਚ ਕੀ ਕਿਹਾ ਗਿਆ? ਇਸ ਸਿਧਾਂਤ ਦਾ ਖੰਡਨ ਕਰਨ ਵਾਲੇ ਕਹਿੰਦੇ ਹਨ, ਜੋ ਇਸ ਸਿਧਾਂਤ ਨੂੰ ਨਹੀਂ ਮੰਨਦੇ ਹੈ ਨਾ, ਉਹ ਕਹਿੰਦੇ ਹਨ ਇਹ ਸੰਭਵ ਨਹੀਂ ਹੈ। ਠੀਕ ਹੈ, ਕਿ ਮਨੁੱਖ ਨੇ ਪਹਿਲਾਂ ਜਾਨਵਰ ਦੀ ਭਾਸ਼ਾ ਸਿੱਖੀ ਅਤੇ ਫਿਰ ਉਸਨੇ ਮਨੁੱਖੀ ਭਾਸ਼ਾ ਵਿਕਸਿਤ ਕੀਤੀ ਹੋਵੇ। ਇਹ ਤਾਂ ਹੋ ਨਹੀਂ ਸਕਦਾ ਪਹਿਲਾਂ ਹੁਣ ਆਪਾਂ ਜਾਨਵਰ ਦੀ ਭਾਸ਼ਾ ਸਿੱਖੀ ਹੋਵੇਗੀ, ਹੈ ਨਾ, ਵੇਲੇ ਆਪਾਂ ਕਾਂ ਕਾਂ ਕਰਨਾ ਸਿੱਖਾ ਹੋਊਗਾ, ਹੈ ਨਾ, ਜਿੱਦਾਂ ਪਸ਼ੂ ਪੰਛੀ ਬੋਲਦੇ ਆ, ਫਿਰ ਆਪਾਂ ਮਨੁੱਖੀ ਭਾਸ਼ਾ ਸਿੱਖੀ ਹੋਵੇਗੀ। ਇੱਦਾਂ ਦਾ ਕੁਝ ਵੀ ਨਹੀਂ ਹੈ। ਇਹਨਾਂ ਨੇ ਆਲੋਚਨਾ ਕਰਤੀ ਵੀ ਇਹਨੂੰ ਵੀ ਗਲਤ ਠਹਿਰਾ ਦਿੱਤਾ। ਠੀਕ ਹੈ, ਅੱਗੇ ਆਪਣੇ ਕੋਲ ਆ ਗਿਆ ਧਾਤੂ ਸਿਧਾਂਤ। ਹੁਣ ਧਾਤੂ ਦੇ ਤੁਸੀਂ ਕੀ ਮੀਨਿੰਗ ਲੈ ਕੇ ਚੱਲੋਗੇ? ਧਾਤੂ ਸਿਧਾਂਤ ਹੁਣ ਦੇਖੋ, ਕੁਝ ਵਿਦਵਾਨ ਸੀ, ਠੀਕ ਹੈ, ਕੁਝ ਵਿਦਵਾਨਾਂ ਨੇ ਕਿਹਾ ਵੀ ਮਨੁੱਖ ਨੂੰ ਵੀ ਪਰਮਾਤਮਾ ਵੱਲੋਂ ਕੁਝ ਮੂਲ ਸ਼ਬਦ ਮਿਲੇ ਨੇ, ਜਿਨ੍ਹਾਂ ਨੂੰ ਧਾਤੂ ਸ਼ਬਦ ਕਿਹਾ ਜਾਂਦਾ। ਮੂਲ ਸ਼ਬਦ ਜੋ ਮਨ ਦੇ ਅੰਦਰ ਨੇ, ਠੀਕ ਹੈ, ਧਾਤੂ ਕਿਹਾ ਜਾਂਦਾ ਜਿਨ੍ਹਾਂ ਨੂੰ। ਉਹ ਸ਼ਬਦ ਦਿੱਤੇ, ਠੀਕ ਹੈ, ਕਿਹਨੇ ਦਿੱਤੇ? ਪਰਮਾਤਮਾ ਨੇ। ਤੇ ਮਨੁੱਖ ਨੇ ਇਹਨਾਂ ਮੂਲ ਧਾਤੂਆਂ ਦੇ ਆਧਾਰ 'ਤੇ ਹੀ ਭਾਸ਼ਾ ਦਾ ਸਿਰਜਣਾ ਕੀਤੀ ਹੈ। ਹੁਣ ਉਹ ਕਹਿੰਦੇ ਸੀ ਵਿਦਵਾਨ, ਜਿਹੜੇ ਆਪਣੇ ਮੂਲ ਧਾਤੂ ਆਪਾਂ ਨੂੰ ਮਿਲੇ ਹੋਏ ਆ, ਜੋ ਮੂਲ ਸ਼ਬਦ ਮਿਲੇ ਹੋਏ ਆ, ਉਹਨਾਂ ਸ਼ਬਦਾਂ ਦੇ ਆਧਾਰ 'ਤੇ ਹੀ ਜੋ ਭਾਸ਼ਾ ਦੀ ਸਿਰਜਣਾ ਕੀਤੀ ਗਈ, ਭਾਸ਼ਾ ਦੀ ਉਤਪਤੀ ਕੀਤੀ ਗਈ। ਪਰ ਨਹੀਂ, ਇਹ ਵੀ ਗਲਤ ਹੈ। ਠੀਕ ਹੈ, ਉਹ ਇਹ ਵਿਚਾਰ ਉਹਨਾਂ ਦਾ ਸੀ ਕਿ ਪਰਮਾਤਮਾ ਨੇ ਅਜਿਹੀ ਦ੍ਰਿਸ਼ਟੀ ਪ੍ਰਦਾਨ ਕੀਤੀ ਜਿਸ ਵਿੱਚ ਵਸਤੂ ਦੇ ਸੰਪਰਕ ਵਿੱਚ ਆਉਂਦਿਆਂ ਹੀ ਉਸਦੇ ਮੂੰਹ ਆਪਣੇ ਆਪ ਉਸਦਾ ਨਾਮਕਰਨ ਹੋ ਜਾਂਦਾ ਹੈ। ਜਿਵੇਂ ਕੋਈ ਵਸਤੂ ਆਪਣੇ ਸੰਪਰਕ ਵਿੱਚ ਆਏਗੀ ਤੇ ਉਹਦਾ ਨਾਮਕਰਨ ਹੋ ਜਾਏਗਾ। ਜਿਵੇਂ ਆਪਣੇ ਸੰਪਰਕ 'ਚ ਆਪਾਂ ਕੀ ਦੇਖ ਰਹੇ ਹਾਂ? ਬੁੱਕਸ ਦੇਖ ਰਹੇ ਹਾਂ ਨਾ, ਤੇ ਆਪਾਂ ਉਸਦਾ ਨਾਮਕਰਨ ਕੀ ਰੱਖਤਾ? ਕਿਤਾਬਾਂ ਰੱਖਤਾ। ਠੀਕ ਹੈ, ਇਸ ਤਰ੍ਹਾਂ ਉਹ ਉਹਨਾਂ ਦਾ ਮੰਨਣਾ ਸੀ ਵਿਦਵਾਨਾਂ ਦਾ, ਪਰ ਇਹ ਵੀ ਕਿਹੜਾ ਸਹੀ ਨਹੀਂ ਸੀ। ਠੀਕ ਹੈ, ਇਹਦੀ ਵੀ ਉਹਨਾਂ ਨੇ ਆਲੋਚਨਾ ਕਰਤੀ। ਇਹ ਜਿਹੜਾ ਇਸ ਸਿਧਾਂਤ ਦਾ ਉਹਨਾਂ ਨੇ ਖੰਡਨ ਕਰਤਾ, ਵਿਰੋਧ ਕਰਤਾ। ਠੀਕ ਹੈ, ਜਿਹੜਾ ਅਵਿਗਿਆਨਿਕ ਕਰਾਰ ਦੇ ਦਿੱਤਾ ਇਸ ਨੂੰ। ਠੀਕ ਹੈ, ਕਿਸੇ ਮਨੁੱਖ ਅੰਦਰ ਕਿਸੇ ਧਾਤੂ ਵਾਲੀ ਸ਼ਕਤੀ ਦਾ ਹੋਣਾ ਇੱਕ ਕਲਪਨਾ ਹੈ। ਉਹ ਤਾਂ ਆਪਾਂ ਨੂੰ ਪਤਾ ਹੈ, ਕੋਈ ਵੀ ਆਪਣੇ ਅੰਦਰ ਕੋਈ ਇੱਦਾਂ ਦੀ ਧਾਤੂ ਨਹੀਂ ਹੈਗੀ। ਠੀਕ ਹੈ, ਆਪਾਂ ਇੱਕ ਕਲਪਨਾ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸੰਸਾਰ ਦੇ ਕਈ ਅਜਿਹੀਆਂ ਭਾਸ਼ਾਵਾਂ ਵੀ ਹਨ ਜਿਨ੍ਹਾਂ ਵਿੱਚ ਧਾਤੂ ਨਹੀਂ ਹੁੰਦੇ। ਠੀਕ ਹੈ, ਕੋਈ ਵੀ ਮੂਲ ਸ਼ਬਦ ਨਹੀਂ ਹੁੰਦੇ। ਠੀਕ ਹੈ, ਇਹ ਤੁਹਾਨੂੰ ਪੁਆਇੰਟ ਸਮਝ ਆ ਗਿਆ ਹੋਣਾ ਚਾਹੀਦਾ। ਠੀਕ ਹੈ, ਅੱਗੇ ਆ ਗਿਆ ਆਪਣੇ ਕੋਲ ਚਿੰਨ੍ਹਵਾਦੀ ਸਿਧਾਂਤ। ਹੁਣ ਚਿੰਨ੍ਹਵਾਦੀ ਸਿਧਾਂਤ ਦੇ ਤੁਸੀਂ ਆਪ ਹੀ ਦੇਖ ਸਕਦੇ ਹੋ। ਇਸ ਸਿਧਾਂਤ ਦੇ ਅਨੁਸਾਰ ਇੱਕ ਬਹੁਤ ਪੁਰਾਣਾ ਸਮੇਂ ਵਿੱਚ ਸੀ, ਜਦੋਂ ਲਿਪੀ ਦਾ ਵਿਕਾਸ ਨਹੀਂ ਹੋਇਆ ਸੀ ਤੇ ਲੋਕ ਕੀ ਕਰਦੇ ਸੀ? ਚਿੰਨ੍ਹਾਂ ਰਾਹੀਂ ਸਿੱਖਦੇ ਸੀ। ਠੀਕ ਹੈ, ਅਜਿਹੀ ਸਥਿਤੀ ਵਿੱਚ ਮਨੁੱਖ ਸੰਕੇਤ ਜਾਂ ਚਿੰਨ੍ਹਾਂ ਰਾਹੀਂ ਆਪਣੇ ਭਾਵ ਪ੍ਰਗਟ ਕਰਦੇ ਸੀ। ਆਪਣੇ ਜਿਹੜੇ ਚਿੰਨ੍ਹ ਵਿਖਾ ਕੇ, ਹੈ ਨਾ, ਚਿੰਨ੍ਹਾਂ ਨੂੰ ਉਹਨਾਂ ਨੂੰ ਦਿਖਾਉਂਦੇ ਸੀ, ਹੈ ਨਾ, ਤੇ ਉਹਨਾਂ ਨਾਲ ਆਪਣੇ ਜਿਹੜੇ ਵਿਚਾਰ ਸੀ ਮਨ ਦੇ ਉਹ ਪ੍ਰਗਟ ਕਰਦੇ ਸੀ। ਠੀਕ ਹੈ, ਉਹਨੂੰ ਕਹਾਂਗੇ ਆਪਾਂ ਚਿੰਨ੍ਹਵਾਦੀ ਸਿਧਾਂਤ।
ਇਹਨਾਂ ਚਿੰਨ੍ਹਾਂ ਜਾਂ ਸੰਕੇਤਾਂ ਵਿੱਚ ਸਪਸ਼ਟਤਾ ਦੀ ਘਾਟ ਸੀ ਅਤੇ ਸਪਸ਼ਟਤਾ ਨੂੰ ਦੂਰ ਕਰਨ ਲਈ ਉਸ ਨੇ ਭਾਸ਼ਾ ਨੂੰ ਵਿਕਸਿਤ ਕੀਤਾ, ਹੈ ਨਾ। ਵੀ ਉਹ ਇੰਨੇ ਆਪਾਂ ਚਿੰਨ੍ਹ ਦਿਖਾ ਕੇ ਆਪਾਂ ਇੰਨੀ ਚੀਜ਼ ਨੂੰ ਸਪਸ਼ਟ ਨਹੀਂ ਕਰ ਸਕਦੇ, ਆਪਣੇ ਮਨ ਦੇ ਭਾਵਾਂ ਨੂੰ ਆਪਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰ ਸਕਦੇ, ਠੀਕ ਹੈ। ਅੱਗੇ ਆਪਣੇ ਕੋਲ ਆ ਗਿਆ, ਉਹਨਾਂ ਨੇ ਇਹਦੀ ਵੀ ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਿਧਾਂਤ ਹੈ ਮਾਨਤਾ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਜੇਕਰ ਭਾਸ਼ਾ ਦੀ ਉਤਪਤੀ ਸੰਕੇਤਾਂ ਦੁਆਰਾ ਹੁੰਦੀ ਤਾਂ ਪਸ਼ੂ ਹੋ ਗਏ, ਜੇ ਪੰਛੀ ਹੋ ਗਏ, ਠੀਕ ਹੈ, ਭਾਸ਼ਾ ਅਜੇ ਤੱਕ ਜੋ ਪਸ਼ੂ ਹੋ ਗਏ ਜਾਂ ਪੰਛੀ ਹੋ ਗਏ ਤੇ ਭਾਸ਼ਾ ਅਜੇ ਤੱਕ ਕਿਉਂ ਨਹੀਂ ਵਿਕਸਿਤ ਹੋਈ, ਜੇ ਪਸ਼ੂ ਤੇ ਪੰਛੀਆਂ ਦੀ ਭਾਸ਼ਾ ਕਿਉਂ ਨਹੀਂ ਵਿਕਸਿਤ ਹੋਈ, ਠੀਕ ਹੈ, ਕਿਉਂਕਿ ਉਹ ਵੀ ਹਮੇਸ਼ਾ ਸੰਕੇਤਾਂ ਦੁਆਰਾ ਆਪਣੇ ਭਾਵਾਂ ਨੂੰ ਸੰਚਾਰ ਕਰਦੇ ਨੇ, ਉਹਨਾਂ ਨੂੰ ਪ੍ਰਗਟਾਉਂਦੇ ਨੇ, ਠੀਕ ਹੈ। ਇਸ ਲਈ ਇਹ ਵੀ ਇਹਦਾ ਵੀ ਖੰਡਨ ਕੀਤਾ ਗਿਆ, ਠੀਕ ਹੈ, ਇਹਦਾ ਵੀ ਵਿਰੋਧ ਕੀਤਾ ਗਿਆ। ਅੱਗੇ ਆਪਣੇ ਕੋਲ ਹੈਗਾ ਹੈ ਵਿਸਮਿਕ ਸਿਧਾਂਤ, ਠੀਕ ਹੈ। ਵਿਸਮਿਕ ਸਿਧਾਂਤ ਕਿਹੜੇ ਨੇ? ਮਨੋਵਿਗਿਆਨੀਆਂ ਅਨੁਸਾਰ, ਠੀਕ ਹੈ। ਅੱਗੇ ਆਪਣੇ ਕੋਲ ਪੁਆਇੰਟ ਹੈਗਾ ਹੈ ਵਿਸਮਿਕ ਸਿਧਾਂਤ, ਠੀਕ ਹੈ। ਵਿਸਮਿਕ ਸਿਧਾਂਤ ਕਿਹੜੇ ਨੇ? ਜਿਵੇਂ ਆਪਣੇ ਕੋਲ ਹੋ ਗਿਆ ਜਦੋਂ ਮਨੁੱਖ ਕਿਸੇ ਖੁਸ਼ੀ, ਗਮੀ ਜਾਂ ਹੈਰਾਨੀ ਦੀ ਸਥਿਤੀ ਵਿੱਚ ਹੁੰਦਾ ਹੈ, ਕੋਈ ਉਹਨੂੰ ਖੁਸ਼ੀ ਹੁੰਦੀ ਹੈ ਜਾਂ ਹੈਰਾਨੀ ਹੁੰਦੀ ਹੈ, ਕੋਈ ਦੁੱਖ ਹੁੰਦਾ ਉਹਦੇ ਵਿੱਚ ਹੁੰਦਾ, ਉਹ ਉੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੁੰਦਾ, ਸਥਿਤੀ ਵਿੱਚ ਹੁੰਦਾ, ਤਾਂ ਉਸ ਦੇ ਮੂੰਹ ਵਿੱਚੋਂ ਕੁਝ ਭਾਵਨਾਵਾਂ ਜਾਂ ਸ਼ਬਦ ਜਾਂ ਧੁਨੀਆਂ ਨਿਕਲਦੀਆਂ ਹਨ, ਠੀਕ ਹੈ। ਜਿਵੇਂ ਆ, ਹੋਏ, ਸ਼ਾਬਾਸ਼, ਉਫ ਆਦਿ, ਹੈ ਨਾ। ਇਹ ਕੀ ਹੋ ਗਿਆ? ਵਿਸਮਿਕ ਸਿਧਾਂਤ। ਅਤੇ ਭਾਸ਼ਾ ਦੀ ਉਤਪਤੀ ਵਿਸਮਿਕ ਜਿਹੜੇ ਸਿਧਾਂਤਾਂ ਤੋਂ ਮੰਨੀ ਜਾਂਦੀ ਹੈ ਨਾ। ਪਰ ਇਸ ਦੀ ਜਦੋਂ ਆਲੋਚਨਾ ਉਹਨਾਂ ਨੇ ਕੀਤੀ ਸੀ, ਆਲੋਚਨਾ ਇਸ ਪੱਖੋਂ ਕੀਤੀ ਜਾਂਦੀ ਹੈ ਕਿ ਇਹਨਾਂ ਵਿਸਮਿਕ ਸ਼ਬਦਾਂ ਦੀ ਜਿਹੜੀ ਗਿਣਤੀ ਹੈ ਹਰੇਕ ਭਾਸ਼ਾ ਵਿੱਚ ਬਹੁਤ ਹੀ ਤੁੱਛ ਮਾਤਰਾ ਵਿੱਚ ਹੁੰਦੀ ਹੈ, ਮਤਲਬ ਕੁਛ ਮਾਤਰਾ ਵਿੱਚ ਹੁੰਦੀ, ਜੋ ਕਿ ਸਮੁੱਚੀ ਭਾਸ਼ਾ ਦਾ ਆਧਾਰ ਨਹੀਂ ਮੰਨੇ ਜਾ ਸਕਦੇ, ਠੀਕ ਹੈ। ਜਿਹਨਾਂ ਨੂੰ ਆਪਾਂ ਭਾਸ਼ਾ ਦੇ ਜਿਹੜੇ ਮੂਲ ਜਿਹੜੇ ਭਾਸ਼ਾਵਾਂ ਦੇ ਜਿਹੜੇ ਹੈਗੇ ਆਪਣਾ ਮੂਲਕ ਸ਼ਬਦ ਹੈ ਨਾ, ਇੱਕ ਰੂਪਤਾ ਨਹੀਂ ਹੁੰਦੀ ਇਹਨਾਂ ਵਿੱਚ, ਜਿਵੇਂ ਹੋ ਗਿਆ ਉਫ ਹੋ ਗਿਆ, ਹੋਏ ਹੋ ਗਿਆ, ਹੈ ਨਾ, ਕੋਈ ਵੀ ਭਾਸ਼ਾ ਵਿੱਚ, ਠੀਕ ਹੈ। ਇਸ ਲਈ ਇਹਨਾਂ ਨੂੰ ਆਧਾਰ ਨਹੀਂ ਆਪਾਂ ਮੰਨ ਸਕਦੇ, ਠੀਕ ਹੈ। ਇਸ ਦੀ ਵੀ ਇਹਨਾਂ ਨੇ ਆਲੋਚਨਾ ਕਰ ਦਿੱਤੀ, ਠੀਕ ਹੈ। ਅੱਗੇ ਆ ਗਿਆ ਆਪਣੇ ਕੋਲ ਮੌਖਿਕ ਸੰਕੇਤਾਤਮਕ ਸਿਧਾਂਤ। ਮੌਖਿਕ ਮੀਨਸ ਬੋਲਣਾ। ਇਹਦੇ ਅਨੁਸਾਰ ਕੀ ਸੀ? ਭਾਸ਼ਾ ਦੀ ਉਤਪਤੀ ਮੌਖਿਕ ਸੰਕੇਤਾਤਮਕ ਕਿਰਿਆਵਾਂ ਦੇ ਅਨੁਸਾਰ ਤੋਂ ਮੰਨੀ ਜਾਂਦੀ ਹੈ। ਜਿਵੇਂ ਕਿ ਪਾਣੀ ਪੀਣ ਸਮੇਂ ਕਿਹਦੀ ਆਵਾਜ਼ ਆਉਂਦੀ ਹੈ? ਪ ਦੀ ਆਵਾਜ਼ ਆਉਂਦੀ ਹੈ, ਇਸ ਦਾ ਨਾਂ ਪਾਣੀ ਰੱਖ ਦਿੱਤਾ, ਠੀਕ ਹੈ। ਸੰਕੇਤ ਆਤਮਿਕ ਸਿਧਾਂਤ, ਠੀਕ ਹੈ। ਜਦੋਂ ਪਾਣੀ ਪੀਂਦੇ ਆ ਆਵਾਜ਼ ਆਉਂਦੀ ਹੈ ਨਾ, ਇਸ ਆਵਾਜ਼ ਤੋਂ ਉਹਨਾਂ ਨੇ ਰੱਖਤਾ ਇਹਦਾ ਨਾਮ ਪਾਣੀ, ਠੀਕ ਹੈ। ਆਲੋਚਨਾ ਵਿੱਚ ਕੀ ਕੀਤਾ? ਵਿਦਵਾਨਾਂ ਨੇ ਇਸ ਸਿਧਾਂਤ ਦਾ ਖੰਡਨ ਕਰਦਿਆਂ ਕਿਹਾ ਅਜਿਹੀ ਪ੍ਰਵਿਰਤੀ ਮਨੁੱਖ ਦੀ ਨਹੀਂ ਹੈ, ਸਗੋਂ ਪਸ਼ੂ ਦੀ ਹੋ ਸਕਦੀ ਹੈ। ਜਿਹੜੇ ਪਸ਼ੂ ਨੇ ਉਹ ਜਦੋਂ ਪਾਣੀ ਪੀਂਦੇ ਉਹਨਾਂ ਦੀ ਆਵਾਜ਼ ਆਉਂਦੀ ਹੈ ਨਾ ਗਲੇ ਵਿੱਚੋਂ ਨਾ, ਉੱਦਾਂ ਦੀ ਇਹ ਜਿਹੜੀ ਪ੍ਰਵਿਰਤੀ ਮਨੁੱਖ ਦੀ ਨਹੀਂ ਹੋ ਸਕਦੀ, ਕਿਹਨਾਂ ਦੀ ਹੋ ਸਕਦੀ ਹੈ? ਪਸ਼ੂਆਂ ਦੀ ਹੋ ਸਕਦੀ ਹੈ, ਠੀਕ ਹੈ। ਇਸ ਲਈ ਇਹਦਾ ਵੀ ਖੰਡਨ ਕਰਤਾ, ਇਹਦਾ ਵੀ ਵਿਰੋਧ ਕਰਤਾ। ਹੁਣ ਆਪਣੇ ਕੋਲ ਕੀ ਰਹਿ ਗਿਆ? ਸੰਪਰਕ ਦਾ ਸਿਧਾਂਤ। ਸੰਪਰਕ, ਜਦੋਂ ਆਪਾਂ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਹਾਂ, ਸੰਪਰਕ ਵਿੱਚ ਆਉਂਦੇ ਹਾਂ। ਇਤਿਹਾਸ ਇਸ ਗੱਲ ਦਾ ਗਵਾਹ ਹੈ, ਜਿਵੇਂ ਜਿਵੇਂ ਮਨੁੱਖ ਜੰਗਲੀ ਜੀਵਾਂ ਤੋਂ ਉੱਠ ਕੇ ਕਬੀਲੇ ਹੋ ਗਏ, ਮੁਖੀ, ਪਿੰਡੀ, ਸ਼ਹਿਰੀ, ਮਤਲਬ ਪਿੰਡੀ ਮੀਨਸ ਪਿੰਡਾਂ, ਠੀਕ ਹੈ। ਪਿੰਡੀ ਦਾ ਇੱਥੇ ਮੀਨਿੰਗ ਇਹ ਹੈ ਪਿੰਡਾਂ, ਸ਼ਹਿਰਾਂ ਦੇ ਸੰਪਰਕ ਵਿੱਚ ਆਉਂਦਾ ਹੈ, ਠੀਕ ਹੈ। ਜੋ ਪੇਂਡੂ ਲੋਕ ਹੁੰਦੇ ਆ ਜਾਂ ਸ਼ਹਿਰੀ ਲੋਕ ਹੁੰਦੇ ਉਹਨਾਂ ਦੇ ਸੰਪਰਕ ਦੇ ਵਿੱਚ ਆਉਂਦਾ, ਠੀਕ ਹੈ। ਉਵੇਂ ਵੀ ਉਸਨੇ ਦੂਜੇ ਵਿਅਕਤੀ ਨਾਲ ਸੰਪਰਕ ਕਾਇਮ ਕਰਨ ਲਈ ਭਾਸ਼ਾ ਨੂੰ ਵਿਕਸਿਤ ਕੀਤਾ। ਜਿਵੇਂ ਜਿਵੇਂ ਹੁਣ ਦੇਖੋ ਪਿੰਡ ਤੋਂ ਕੋਈ ਚਲਿਆ ਜਾਂਦਾ ਸ਼ਹਿਰ, ਠੀਕ ਹੈ। ਜੋ ਸ਼ਹਿਰ ਹੁੰਦੇ ਰਿਸ਼ਤੇਦਾਰ ਹੁੰਦੇ ਆ ਨਾ, ਉਹਨਾਂ ਨਾਲ ਗੱਲਬਾਤ ਕਰਦਾ, ਉਹਦਾ ਤਰੀਕਾ ਉਹਨਾਂ ਵਾਂਗ ਹੋ ਜਾਂਦਾ, ਠੀਕ ਹੈ। ਜਦੋਂ ਸ਼ਹਿਰ ਵਾਲੇ ਪਿੰਡ ਵਿੱਚ ਆਉਂਦੇ ਤਾਂ ਉਹਨਾਂ ਦਾ ਤਰੀਕਾ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ, ਠੀਕ ਹੈ। ਆਪਣੇ ਆਪਣੇ ਨੂੰ ਢਾਲ ਲੈਂਦੇ ਆ, ਠੀਕ ਹੈ, ਉਸ ਮਾਹੌਲ ਦੇ ਅਕੋਰਡਿੰਗ, ਠੀਕ ਹੈ। ਅਤੇ ਇਸ ਸਿਧਾਂਤ ਅਨੁਸਾਰ ਸਮੁੱਚੇ ਮਨੁੱਖੀ ਵਿਕਾਸ ਦਾ ਆਧਾਰ ਭਾਸ਼ਾ ਦਾ ਵਿਕਾਸ ਹੀ ਹੈ। ਅਤੇ ਆਲੋਚਨਾ ਵਿੱਚ ਕੀ ਉਹਨਾਂ ਨੇ ਕਿਹਾ ਹੈ? ਕਈਆਂ ਨੇ ਇਸ ਸਿਧਾਂਤ ਦੀ ਆਲੋਚਨਾ ਕਰਦਿਆਂ ਹੋਇਆ ਕਿਹਾ, ਕਈ ਸੀ ਇੱਦਾਂ ਦੇ ਵਿਦਵਾਨ ਹੈ ਨਾ ਜਿਨ੍ਹਾਂ ਨੇ ਇਹਦੀ ਆਲੋਚਨਾ ਕੀਤੀ ਸੰਪਰਕ ਦੇ ਸਿਧਾਂਤ ਦੀ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਿਧਾਂਤ ਹੈ ਤਰਕ ਦੀ ਬਜਾਏ ਕਲਪਨਾ 'ਤੇ ਆਧਾਰਿਤ ਹੈ। ਜਿਵੇਂ ਉਹ ਤਰਕ ਨਹੀਂ ਦੇ ਰਹੇ, ਮੀਨਸ ਕਲਪਨਾ 'ਤੇ ਆਧਾਰਿਤ ਹੈ, ਇਸ ਲਈ ਇਹਦਾ ਵੀ ਖੰਡਨ ਕਰ ਦਿੱਤਾ ਜਾਵੇ, ਠੀਕ ਹੈ। ਕਈ ਜਿਹੜੇ ਵਿਦਵਾਨ ਸੀ ਉਹਨਾਂ ਨੇ ਇਹ ਗੱਲ ਕਹੀ, ਠੀਕ ਹੈ। ਅੱਗੇ ਆਪਣੇ ਕੋਲ ਆ ਗਿਆ ਮਿਹਨਤ ਧੁਨੀ ਸਿਧਾਂਤ। ਜਦੋਂ ਆਪਾਂ ਮਿਹਨਤ ਕਰਦੇ ਹਾਂ, ਜਦੋਂ ਆਪਾਂ ਕਿਸੇ 'ਤੇ ਜ਼ਿਆਦਾ ਕਿਸੇ ਕੰਮ 'ਤੇ ਜ਼ੋਰ ਲਗਾਉਂਦੇ ਹਾਂ ਜਾਂ ਆਪਾਂ ਜਦੋਂ ਮਿਹਨਤ ਕਰਦੇ ਹਾਂ, ਜਦੋਂ ਆਪਣੀ ਜਿਹੜੀ ਆਵਾਜ਼ ਹੁੰਦੀ ਹੈ ਨਾ ਉਸ ਸਮੇਂ ਜਿਹੜੇ ਫੇਫੜਿਆਂ ਵਿੱਚੋਂ ਸਾਹ ਦੀ ਆਵਾਜ਼ ਆਉਂਦੀ ਹੈ ਉਸ ਨੂੰ ਆਪਾਂ ਮਿਹਨਤ ਧੁਨੀ ਸਿਧਾਂਤ ਕਿਹਾ ਜਾਂਦਾ ਹੈ, ਠੀਕ ਹੈ, ਕਹਿ ਸਕਦੇ ਹਾਂ। ਜਦੋਂ ਕੋਈ ਮਨੁੱਖ ਹੁੰਦਾ ਹੈ ਮਿਹਨਤ ਕਰਦਾ ਹੈ ਤਾਂ ਉਸ ਦੇ ਫੇਫੜਿਆਂ ਵਿੱਚ ਸਾਹ ਦੇ ਆਉਣ ਜਾਣ ਦੀ ਜਿਹੜੀ ਗਤੀ ਕੀ ਹੋ ਜਾਂਦੀ? ਤੇਜ਼ ਹੋ ਜਾਂਦੀ, ਜਿਸ ਕਰਕੇ ਨਾਦ ਤੰਤਾਂ ਵਿੱਚ ਕੰਪਨ ਪੈਦਾ ਹੋ ਜਾਂਦਾ। ਨਾਦ ਤੰਤ ਕੀ ਕੰਪਨ ਪੈਦਾ ਕਰਨ ਲੱਗ ਜਾਂਦੇ, ਠੀਕ ਹੈ, ਜਿਸ ਦੇ
ਨਾਲ ਦੁਨੀਆ ਪੈਦਾ ਹੁੰਦੀਆਂ ਨੇ, ਠੀਕ ਹੈ, ਜੋ ਬਾਅਦ ਵਿੱਚ ਭਾਸ਼ਾ ਦੀ ਉਤਪਤੀ ਦਾ ਸੋਮਾ ਬਣਦੀਆਂ ਹਨ, ਠੀਕ ਹੈ। ਅੱਗੇ ਆਪਣੇ ਕੋਲ ਇਹਦੀ ਆਲੋਚਨਾ ਉਹਨਾਂ ਨੇ ਕੀਤੀ ਹੈ। ਇਸ ਸਿਧਾਂਤ ਦੀ ਆਲੋਚਨਾ ਕਰਦੇ ਹੈ ਨਾ ਕੁਝ ਵਿਦਵਾਨਾਂ ਨੇ ਕਿਹਾ, ਕੁਝ ਵਿਦਵਾਨ ਉਹ ਕਹਿੰਦੇ ਨੇ ਕਿ ਮਿਹਨਤ ਕਰਦੇ ਸਮੇਂ ਜੋ ਧੁਨੀਆਂ ਮੂੰਹ ਵਿੱਚੋਂ ਨਿਕਲਦੀਆਂ ਨੇ ਨਾ, ਜੋ ਧੁਨੀਆਂ ਆਪਾਂ ਮੂੰਹ ਵਿੱਚੋਂ ਨਿਕਲ ਰਹੀਆਂ ਨੇ, ਉਹਨਾਂ ਦੀ ਜੋ ਹੈਗੀ ਗਿਣਤੀ ਬਹੁਤ ਘੱਟ ਹੈ। ਇਹ ਸੰਪੂਰਨ ਭਾਸ਼ਾ ਨੂੰ ਨਹੀਂ ਦਰਸਾ ਸਕਦੀਆਂ, ਜੋ ਉਹਨਾਂ ਦੀ ਗਿਣਤੀ ਹੈ ਬਹੁਤ ਜ਼ਿਆਦਾ ਘੱਟ ਹੈ, ਇਸ ਲਈ ਉਹ ਜਿਹੜੀ ਆਪਣੀ ਸੰਪੂਰਨ ਹੈਗੀ ਆ ਭਾਸ਼ਾ ਨੂੰ ਨਹੀਂ ਦਰਸਾ ਸਕਦੀਆਂ, ਠੀਕ ਹੈ। ਇਸ ਦੇ ਨਾਲ ਆਪਣੇ ਕੋਲ ਅੱਗੇ ਆਪਣੇ ਕੋਲ ਪੁਆਇੰਟ ਹੈਗਾ ਹੈ ਸਮਾਨਵਤ ਸਿਧਾਂਤ। ਇਹ ਸਿਧਾਂਤ ਦੇ ਪੈਰੋਕਾਰ ਮੁੱਖ ਭਾਸ਼ਾ ਵਿਗਿਆਨੀ ਹੈਨਰੀ ਸਵੀਟ ਸਨ, ਜਿਨ੍ਹਾਂ ਨੇ ਇਹ ਸਿਧਾਂਤ ਦਿੱਤਾ ਸੀ। ਕਿਹਨਾਂ ਨੇ ਸਿਧਾਂਤ ਦਿੱਤਾ ਸੀ? ਹੈਨਰੀ ਸਵੀਟ ਨੇ ਇਹ ਸਿਧਾਂਤ ਦਿੱਤਾ ਸੀ, ਠੀਕ ਹੈ। ਉਹਨਾਂ ਨੇ ਕੀ ਕਿਹਾ ਸੀ ਇਸ ਸਿਧਾਂਤ ਦੇ ਬਾਰੇ ਵਿੱਚ? ਤੇ ਉਹਨਾਂ ਨੇ ਕਿਹਾ, ਉਹਨਾਂ ਦੇ ਅਨੁਸਾਰ ਸਿਧਾਂਤਾਂ ਵਿੱਚ ਕੁਝ ਕੁ ਸਾਰਥਿਕ ਅੰਸ਼ਾਂ ਨੂੰ ਚੁਣ ਲਿਆ, ਕੁਝ ਕੁ ਸਾਰਥਿਕ ਅੰਸ਼ ਚੁਣ ਲਏ ਚੁਗਵੇਂ ਜੇ, ਠੀਕ ਹੈ। ਸਮਾਨਤਵਾਦ ਦਾ ਸਿਧਾਂਤ ਪੇਸ਼ ਕੀਤਾ। ਉਸ ਦੇ ਮਤ ਅਨੁਸਾਰ ਪਹਿਲਾਂ ਭਾਸ਼ਾ ਇਸ਼ਾਰਿਆਂ ਦੇ ਸੰਕੇਤਾਂ ਨਾਲ ਉਚਾਰਨ ਕੀਤਾ ਜਾਂਦਾ ਸੀ, ਠੀਕ ਹੈ। ਭਾਸ਼ਾ ਦਾ ਆਪਾਂ ਸੰਕੇਤ ਦਿੰਦੇ ਸੀ, ਇਸ਼ਾਰੇ ਕਰਦੇ ਸੀ ਇੱਕ ਦੂਜੇ ਨੂੰ, ਠੀਕ ਹੈ, ਜੇ ਧੁਨੀਆਂ ਦਾ ਵੀ ਪ੍ਰਯੋਗ ਕਰਦੇ ਸੀ, ਠੀਕ ਹੈ। ਦੂਜੇ ਪਾਸੇ ਮਨੋਭਾਵ ਪ੍ਰਗਟ ਕਰਨ ਵਾਲੀ ਸੀ, ਠੀਕ ਹੈ। ਉਹਨਾਂ ਨੇ ਸਿੱਧਾ ਹੀ ਭਾਸ਼ਾ ਨੂੰ ਕਿਹਦੇ ਵਿੱਚ ਕਹਿਤਾ? ਉਹਨਾਂ ਨੇ ਕਹਿਤਾ ਭਾਸ਼ਾ ਆਪਾਂ ਇਸ਼ਾਰਿਆਂ ਦੇ, ਤੇ ਦੂਸਰੇ ਪਾਸੇ ਕੀ ਕਹਿਤਾ? ਮਨੋਭਾਵਾਂ ਨੂੰ ਪ੍ਰਗਟ ਕਰਨ ਵਾਲੀ ਇੱਕ ਭਾਸ਼ਾ, ਠੀਕ ਹੈ। ਇਹਦੀ ਉਤਪਤੀ ਤਾਂ ਹੋਈ, ਠੀਕ ਹੈ। ਇਹਦੀ ਕੋਈ ਵੀ ਆਲੋਚਨਾ ਨਹੀਂ ਕੀਤੀ ਗਈ ਸੀ, ਠੀਕ ਹੈ। ਅੱਗੇ ਆ ਗਿਆ ਆਪਣੇ ਕੋਲ ਵਿਕਾਸਵਾਦੀ ਸਿਧਾਂਤ, ਠੀਕ ਹੈ। ਵਿਕਾਸਵਾਦੀ ਸਿਧਾਂਤ ਕੀ ਹੈ? ਆਪਣੇ ਕੋਲ ਭਾਸ਼ਾ ਦੀ ਉਤਪਤੀ ਸੰਬੰਧੀ ਵੱਖ-ਵੱਖ ਸਿਧਾਂਤਾਂ ਵਿੱਚੋਂ, ਹੁਣ ਜਿੰਨੇ ਵੀ ਸਿਧਾਂਤ ਆਪਾਂ ਨੇ ਦਿੱਤੇ ਨੇ ਉਹਨਾਂ ਦੇ ਵਿੱਚੋਂ ਵਿਕਾਸਵਾਦੀ ਜਿਹੜਾ ਸਿਧਾਂਤ ਹੈ ਬਹੁਤ ਹੀ ਮਾਨਤਾ ਮਿਲੀ ਹੈ। ਸਾਰੇ ਤੋਂ ਜ਼ਿਆਦਾ ਕਿਹਨੂੰ ਮਾਨਤਾ ਮਿਲੀ ਹੈ? ਵਿਕਾਸਵਾਦੀ ਸਿਧਾਂਤ ਨੂੰ, ਠੀਕ ਹੈ। ਇਹ ਸਿਧਾਂਤ ਨੂੰ ਕਿਵੇਂ ਮਾਨਤਾ ਮਿਲੀ ਹੈ? ਇਹ ਜਿਹੜਾ ਸਿਧਾਂਤ ਹੈ ਨਾ, ਮਨੁੱਖੀ ਵਿਕਾਸ ਦੇ ਸਿੱਟੇ ਵਜੋਂ ਜਿਵੇਂ ਜਿਵੇਂ ਮਨੁੱਖ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਗਏ, ਉਵੇਂ ਹੀ ਉਹਨਾਂ ਨੇ ਸੰਚਾਰ ਲਈ ਕੁਝ ਧੁਨੀਆਂ ਵਿਕਸਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਮਨੁੱਖ ਦੂਜੇ ਦੇ ਮਨੁੱਖ ਦੇ ਸੰਪਰਕ ਵਿੱਚ ਆਇਆ, ਉਹਨੇ ਜਿਵੇਂ ਉਹ ਇੱਕ ਦੂਜੇ ਨਾਲ ਬੋਲਚਾਲ ਕਰਦੇ ਸੀ, ਜਿੱਦਾਂ ਉਹ ਬੋਲਦੇ ਸੀ, ਉਹਨਾਂ ਦੀ ਧੁਨੀਆਂ ਦਾ ਵਿਕਾਸ ਹੋਇਆ, ਠੀਕ ਹੈ। ਹੌਲੀ ਹੌਲੀ ਉਵੇਂ ਹੀ ਸਾਰਥਕ ਧੁਨੀਆਂ ਨੂੰ ਛਾਂਟਿਆ ਗਿਆ ਤੇ ਉਹਨਾਂ ਦੇ ਸਮੂਹ ਰਾਹੀਂ ਭਾਸ਼ਾ ਦਾ ਜਨਮ ਹੋਇਆ, ਠੀਕ ਹੈ। ਸਭ ਤੋਂ ਜ਼ਿਆਦਾ ਭਾਸ਼ਾ ਦਾ ਜਨਮ ਕਿਸ ਸਿਧਾਂਤ ਨਾਲ ਹੋਇਆ? ਵਿਕਾਸਵਾਦੀ ਸਿਧਾਂਤ ਨਾਲ। ਇਹ ਤੁਸੀਂ ਨੋਟ ਕਰ ਸਕਦੇ ਹੋ, ਠੀਕ ਹੈ। ਇਹ ਇੱਕ ਛੋਟਾ ਕੁਐਸਚਨ ਵੀ ਆ ਸਕਦਾ, ਠੀਕ ਹੈ, ਪੰਜਾਬੀ ਦਾ ਸ਼ਾਰਟ 'ਚ। ਅੱਗੇ ਗਿਆ ਆਪਣੇ ਕੋਲ ਸੰਗੀਤ ਸਿਧਾਂਤ, ਠੀਕ ਹੈ। ਜੋ ਸੰਗੀਤ ਸਿਧਾਂਤ ਹੈ ਨਾ ਵੀ ਇਹ ਵੀ ਇੱਕ ਭਾਸ਼ਾ ਦੀ ਉਤਪਤੀ ਦਾ ਸਿਧਾਂਤ ਮੰਨਿਆ ਜਾਂਦਾ। ਇਸ ਸਿਧਾਂਤ ਦੇ ਅਨੁਸਾਰ ਜੋ ਪੁਰਾਣੇ ਸਮੇਂ ਵਿੱਚ ਮਨੁੱਖ ਸੀ ਨਾ, ਆਪਣੇ ਦੁੱਖ ਹੋ ਗਏ, ਸੁੱਖ ਹੋ ਗਏ, ਸਮੇਂ ਐਵੇਂ ਹੀ ਗੁਣਗੁਣਾਉਂਦੇ ਰਹਿੰਦੇ ਸੀ, ਕੁਝ ਨਾ ਕੁਝ ਮੂੰਹ 'ਚ ਗੁਣਗੁਣਾਉਂਦੇ ਰਹਿਣਾ, ਕੁਝ ਬੋਲਦੇ ਰਹਿਣਾ ਨਾ, ਜੋ ਆਪਾਂ ਸੰਗੀਤ ਕਹਿੰਦੇ ਹਾਂ ਅੱਜ ਕੱਲ੍ਹ, ਹੈ ਨਾ। ਅਜਿਹੀਆਂ ਧੁਨੀਆਂ ਅਰਥਹੀਨ ਹੀ ਸਨ, ਵੀ ਜਿਵੇਂ ਕੁਝ ਨਾ ਕੁਝ ਗੁਣਗੁਣਾਉਂਦੇ ਰਹਿਣਾ ਜਿਹਨਾਂ ਦਾ ਕੋਈ ਅਰਥ ਹੀ ਨਾ ਹੋਣਾ, ਹੈ ਨਾ, ਵੀ ਅਰਥਹੀਨ, ਕੋਈ ਵੀ ਉਹਨਾਂ ਦਾ ਮੀਨਿੰਗ ਨਹੀਂ ਬਣਨਾ, ਹੈ ਨਾ। ਫਿਰ ਵੀ ਸਥਿਤੀਆਂ ਨਾਲ ਜੁੜ ਕੇ ਸਾਰਥਿਕ ਬਣ ਗਈਆਂ ਉਹ ਜਿਹੜੀਆਂ ਸਥਿਤੀਆਂ ਸੀ ਨਾ, ਠੀਕ ਹੈ। ਉਹ ਉਹਨਾਂ ਦੀਆਂ ਜਿੱਦਾਂ ਹੁਣ ਦੁੱਖ ਦਾ ਹੈ ਤਾਂ ਆਪਾਂ ਕੁਝ ਨਾ ਕੁਝ ਗੁਣਗੁਣਾਵਾਂਗੇ, ਹੈ ਨਾ, ਆਪਣਾ ਦੁੱਖ ਪ੍ਰਗਟ ਕਰਾਂਗੇ। ਸੁੱਖ ਹੈ ਤਾਂ ਆਪਾਂ ਖੁਸ਼ੀ ਵਾਲੇ ਕਹਾਂਗੇ, ਹੈ ਨਾ। ਅਤੇ ਉਹ ਜਿਹੜੀਆਂ ਸਥਿਤੀਆਂ ਨਾਲ ਜੁੜ ਗਏ ਸਾਰਥਿਕ ਬਣ ਗਏ। ਇਸ ਤਰ੍ਹਾਂ ਧੁਨੀਆਂ ਅਤੇ ਅਰਥਾਂ ਦਾ ਸੰਬੰਧ ਜੁੜ ਕੇ ਭਾਸ਼ਾ ਪ੍ਰਚਲਿਤ ਹੋਈ, ਠੀਕ ਹੈ। ਇਹਦੇ ਨਾਲ ਵੀ ਹੋਈ, ਇਹਦੀ ਆਲੋਚਨਾ ਵੀ ਉਹਨਾਂ ਨੇ ਕਰ ਦਿੱਤੀ ਸੀ, ਇਸ ਦੀ ਆਲੋਚਨਾ ਕੀਤੀ ਸੀ ਉਹਨਾਂ ਨੇ, ਕਈਆਂ ਨੇ ਕੀਤੀ ਸੀ ਦੀ ਆਲੋਚਨਾ। ਉਹਨਾਂ ਨੇ ਕੀ ਕਿਹਾ? ਬੇਬੁਨਿਆਦੀ ਅਤੇ ਕਲਪਨਾਮਈ ਪ੍ਰਵਿਰਤੀ ਦੇ ਆਧਾਰ 'ਤੇ, ਕਿਉਂਕਿ ਅਜਿਹੀਆਂ ਧੁਨੀਆਂ ਤੋਂ ਸੰਪੂਰਨ ਭਾਸ਼ਾ ਦਾ ਵਿਕਾਸ ਹੋਇਆ ਨਹੀਂ ਮੰਨਿਆ ਜਾ ਸਕਦਾ। ਉਹਨਾਂ ਨੇ ਕਿਹਾ ਸੀ ਜਿਹੜੀ ਗੁਣਗੁਣਾਉਣ ਦੀ ਹੈ ਜਾਂ ਸੰਗੀਤ ਸਿਧਾਂਤ ਦੀ ਜਿਹੜਾ ਆਪਣੇ ਕੋਲ ਉਤਪਤੀ ਹੈ, ਇਸ ਦੇ ਅਕੋਰਡਿੰਗ ਇਹ ਨਹੀਂ ਭਾਸ਼ਾ ਦਾ ਵਿਕਾਸ ਮੰਨਿਆ ਜਾਊਗਾ, ਠੀਕ ਹੈ। ਅਤੇ ਆਪਣਾ ਅੱਜ ਦਾ ਜਿਹੜਾ ਹੈਗਾ ਸੀ ਚੈਪਟਰ ਫਸਟ, ਠੀਕ ਹੈ, ਆਪਣਾ ਫਸਟ ਚੈਪਟਰ ਸੀ ਭਾਸ਼ਾ, ਉਹਦਾ ਅਰਥ, ਪਰਿਭਾਸ਼ਾ ਅਤੇ ਉਤਪਤੀ ਦੇ ਸਿਧਾਂਤ, ਠੀਕ ਹੈ। ਭਾਸ਼ਾ ਕਿਵੇਂ ਪੈਦਾ ਹੋਈ, ਨਾਲ ਨਾਲ ਆਪਾਂ ਸਾਰੇ ਪੁਆਇੰਟਾਂ ਦੀ ਆਲੋਚਨਾ ਵੀ ਕੀਤੀ ਹੈ, ਤੁਸੀਂ ਨੋਟ ਕੀਤਾ ਹੋਵੇਗਾ, ਠੀਕ ਹੈ। ਆਪਣਾ ਅੱਜ ਦਾ ਜਿਹੜਾ ਚੈਪਟਰ ਕੰਪਲੀਟ ਹੋ ਗਿਆ, ਠੀਕ ਹੈ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਇਸ ਚੈਨਲ ਨਾਲ ਜੁੜੇ, ਸਿਟੀ ਸ਼ਾਈਨ ਕਲਾਸਿਸ ਚੈਨਲ ਦੇ ਨਾਲ ਜੁੜੇ। ਅਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਆ, ਠੀਕ ਹੈ। ਲਾਈਕ ਕਰੋ ਐਂਡ ਸਬਸਕ੍ਰਾਈਬ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਤੁਸੀਂ ਥੋੜ੍ਹਾ ਜਿਹਾ ਸਾਨੂੰ ਸਮਾਂ ਦਿੱਤਾ ਅਤੇ ਸਾਨੂੰ ਸੁਣਿਆ, ਥੈਂਕ ਯੂ ਸੋ ਮਚ।